ਰੋਜ਼ਾਨਾ ਲੋਕ ਨਾਥ ਟੀਵੀ ਦਾ ਖਾਸ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਦੀਆਂ ਅਹਿਮ ਸੁਰਖੀਆਂ ਦੇ ਉੱਪਰ, ਅਹਿਮ ਖਬਰਾਂ ਦੇ ਉੱਪਰ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵਿਜੀਲੈਂਸ ਦੀ ਕਾਰਵਾਈ ਕੀਤੇ ਜਾਣ ਤੋਂ ਬਾਅਦ ਇੱਕ ਹੋਰ ਮੰਤਰੀ ਜਿਹੜਾ ਨਿਸ਼ਾਨੇ ਤੇ ਹੈ। ਮਾਮਲਾ ਇਹ ਕਿ ਮਹਿਲਾ IAS ਅਧਿਕਾਰੀ ਨੂੰ ਮੰਤਰੀ ਦੇ ਵੱਲੋਂ ਅਸ਼ਲੀਲ ਜਿਹੜਾ ਇਤਰਾਜ਼ਯੋਗ ਮੈਸੇਜ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਪਰ ਮਾਮਲਾ ਜਿਹੜਾ ਲਟਕ ਗਿਆ ਸੀ। ਪਰ ਹੁਣ ਜਿਸ ਤਰੀਕੇ ਦੇ ਨਾਲ ਕੈਬਨਿਟ ਦੇ ਵਿੱਚ ਬਗਾਵਤ ਵਧੀ ਹੈ, ਉਸ ਨੂੰ ਰੋਕਣ ਦੇ ਲਈ ਇਹ ਮਾਮਲਾ ਕਹਿੰਦੇ ਦੁਬਾਰਾ ਉਛਾਲਿਆ ਜਾ ਰਿਹਾ ਹੈ। ਦੁਬਾਰਾ ਮਹਿਲਾ IAS ਅਧਿਕਾਰੀ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਕਿ ਇਹ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਗਾਵਤ ਵੱਧ ਰਹੀ ਹੈ, ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਉੱਪਰ ਵਿਜੀਲੈਂਸ ਕਾਰਵਾਈ ਕਰਕੇ ਚੁੱਪ ਕਰਾਉਣ ਦੀ ਕੋਸ਼ਿਸ਼ ਹੈ, ਉਸੇ ਤਰੀਕੇ ਦੇ ਨਾਲ ਇਹ ਵੀ ਜਿਹੜਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਜਾਂ ਫਿਰ ਸੱਚਾਈ ਹੈ ਇਸ ਮਾਮਲੇ ਦੇ ਵਿੱਚ। ਕਿਹੜੇ ਉਹ ਮੰਤਰੀ ਨੇ ਜਿਹਦੇ ਉੱਪਰ ਮਹਿਲਾ IAS ਅਧਿਕਾਰੀ ਨੂੰ ਅਸ਼ਲੀਲ ਮੈਸੇਜ ਭੇਜਣ ਦੇ ਜਿਹੜੇ ਇਲਜ਼ਾਮ ਲੱਗੇ ਨੇ, ਜਾਂ ਫਿਰ ਇਸ ਦੇ ਪਿੱਛੇ ਪੋਲਿਟਿਕਸ ਕੀ ਹੈ, ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਬੇਅਦਬੀ ਮਾਮਲਿਆਂ ਦੇ ਵਿੱਚ SPS ਪਰਮਾਰ ਦੀ ਜਿਹੜੀ SIT ਹੈ, ਉਹਨਾਂ ਦੇ ਵੱਲੋਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿਹੜੇ ਉਹ ਵਿਅਕਤੀ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਤੱਥ ਕੀ ਸਾਹਮਣੇ ਆਏ ਨੇ, ਇਸ ਤੇ ਵੀ ਗੱਲਬਾਤ ਕਰਾਂਗੇ। ਤਾਂ ਉਸ ਤੋਂ ਬਾਅਦ ਭਗਵੰਤ ਮਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲਿਆ ਗਿਆ, ਕਿਉਂ ਨਿਸ਼ਾਨੇ ਤੇ ਲਿਆ ਗਿਆ, ਉਸ ਮਾਮਲੇ ਤੇ ਵੀ ਗੱਲਬਾਤ ਕਰਾਂਗੇ। ਇਹਨਾਂ ਪੂਰੀਆਂ ਖਬਰਾਂ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਰਾਜਨੀਤਿਕ ਮਾਹਰ ਦੇ ਤੌਰ ਤੇ ਸਰਦਾਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਮੈਂ ਚਾਹੁੰਦਾ ਕਿ ਆਪਾਂ ਜਿਹੜੀ ਗੱਲਬਾਤ ਆ, ਸਭ ਤੋਂ ਪਹਿਲਾਂ ਜਿਹੜਾ ਅਹਿਮ ਮਸਲਾ ਬੇਅਦਬੀ ਮਾਮਲਿਆਂ ਦਾ, ਬੇਅਦਬੀ ਮਾਮਲੇ ਨੂੰ ਲੈ ਕੇ ਚੱਲੀਏ। ਕਹਿੰਦੇ ਕਿ ਬੇਅਦਬੀ ਮਾਮਲੇ ਦੇ ਵਿੱਚ ਜਿਹੜੀ ਨਵੀਂ SIT ਸੀ, ਹਾਲਾਂਕਿ ਪਹਿਲਾਂ ਇਸ SIT ਦੇ ਵਿੱਚ ਰਣਵੀਰ ਸਿੰਘ ਖੱਟੜਾ ਹੋਣੀ ਕੰਮ ਕਰ ਰਹੇ ਸੀ, ਪਰ ਉਸ SIT ਤੋਂ ਬਾਅਦ ਹੁਣ SPS ਪਰਮਾਰ ਦੀ ਜਿਹੜੀ ਅਗਵਾਈ ਦੇ ਵਿੱਚ SIT ਹੈ ਉਹ ਕੰਮਕਾਜ ਕਰ ਰਹੀ ਹੈ। ਕੱਲ 6 ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਬੇਅਦਬੀ ਦੇ ਮਾਮਲੇ ਦੇ ਵਿੱਚ। ਕਿਹੜੇ ਉਹ 6 ਵਿਅਕਤੀ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਤੇ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦੇ ਉੱਪਰ ਜਿਹੜਾ ਪ੍ਰੈਸ਼ਰ ਪੈਂਦਾ ਜਾ ਰਿਹਾ, ਲਗਾਤਾਰ ਇਲਜ਼ਾਮ ਲੱਗ ਰਹੇ ਨੇ ਬੇਅਦਬੀ ਅਤੇ ਗੋਲੀ ਕਾਂਡਾਂ ਦੇ ਮਾਮਲੇ ਦੇ ਦੋਸ਼ੀਆਂ ਨੂੰ ਬਚਾਉਣ ਦੇ, ਤਾਂ ਉਸੇ ਦੇ ਦਬਾਅ ਹੇਠ ਹੀ ਜਿਹੜੀ ਹੁਣ SIT ਦੇ ਵੱਲੋਂ ਇਹ ਕਾਰਵਾਈ ਤੇਜ਼ ਕੀਤੀ ਗਈ ਹੈ। ਸੁਖਵਿੰਦਰ ਜੀ ਦੇਖੋ, ਆਪਾਂ ਨੂੰ ਪਤਾ ਹੈ, ਦੱਸ ਦਿਓ ਜੀ ਇਹ ਕਿਸ ਨਾਲ, ਕਿਹੜੇ ਸੰਸਥਾ ਨਾਲ ਸੰਬੰਧਿਤ ਵਿਅਕਤੀ ਨੇ ਤੇ ਕਿਹੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ? ਜੀ ਜੀ ਜੀ, ਬਿਲਕੁਲ ਬਿਲਕੁਲ ਸੁਖਵਿੰਦਰ ਜੀ। ਦੇਖੋ, ਪਿਛਲੇ ਲੰਬੇ ਸਮੇਂ ਤੋਂ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਇੱਕ ਪ੍ਰੈਸ਼ਰ ਬਣਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਜੀ ਦੇ ਉੱਤੇ, ਕਿ ਉਹ ਚਾਹੇ ਬੇਅਦਬੀ ਕਾਂਡ ਹੋਵੇ, ਚਾਹੇ ਕੋਟਕਪੂਰਾ ਗੋਲੀ ਕਾਂਡ ਹੋਵੇ, ਚਾਹੇ ਬਾਈਬਲ ਕਲਾਂ ਗੋਲੀ ਕਾਂਡ ਹੋਵੇ, ਜਾਂ ਇੱਦਾਂ ਦੇ ਜਿਹੜੇ ਹੋਰ ਮਸਲੇ ਨੇ, ਲਗਾਤਾਰ ਉਹਨਾਂ ਨੂੰ ਆਪਣੇ ਮਿਨਿਸਟਰਾਂ ਦੇ ਦੁਆਰਾ ਜਾਂ ਵਿਰੋਧੀ ਧਿਰਾਂ ਦੇ ਦੁਆਰਾ ਘੇਰਿਆ ਜਾ ਰਿਹਾ ਕਿ ਉਹ ਉਹਨਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਪਰ ਤੁਸੀਂ ਦੇਖੋਗੇ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਕੁਝ ਗ੍ਰਿਫਤਾਰੀਆਂ ਹੋਈਆਂ ਨੇ। ਜਿਵੇਂ ਤੁਸੀਂ ਕਿਹਾ ਕਿ ਇਹ ਜਿਹੜੀ ਸਿੱਟ ਬਣਾਈ ਗਈ ਸੀਗੀ, ਇਸ ਤੋਂ ਪਹਿਲਾਂ ਜਦੋਂ ਅਕਾਲੀ ਦਲ ਦਾ ਰਾਜ ਸੀਗਾ, ਉਸ ਵੇਲੇ ਖੱਟੜਾ ਜੀ ਦੀ ਅਗਵਾਈ ਦੇ ਵਿੱਚ ਰਣਵੀਰ ਸਿੰਘ ਖੱਟੜਾ ਹੋਰਾਂ ਦੀ ਸਿੱਟ ਬਣਾਈ ਗਈ, ਔਰ ਉਹਨਾਂ ਨੇ ਕੁਝ ਨਤੀਜੇ ਜਿਹੜੇ ਸੀਗੇ ਉਸ ਵੇਲੇ ਵੀ ਕੱਢੇ ਸੀਗੇ, ਔਰ ਉਸ ਵੇਲੇ ਵੀ ਕਿਹਾ ਸੀਗਾ ਕਿ ਇਹ ਕੁਝ ਜਿਹੜੇ ਡੇਰਾ ਪ੍ਰੇਮੀ ਨੇ ਉਹਨਾਂ ਦਾ ਹੱਥ ਜਿਹੜਾ ਹੈਗਾ ਉਹਦੇ ਵਿੱਚ ਸ਼ਾਮਲ ਨਜ਼ਰ ਆ ਰਿਹਾ ਸੀਗਾ। ਇਸ ਤੋਂ ਇਲਾਵਾ ਇਹ ਜਿਹੜੀ ਸਿੱਟ ਸੀਗੀ, ਇਹਨੂੰ ਭੰਗ ਕੀਤਾ ਗਿਆ ਜਦੋਂ ਕੈਪਟਨ ਸਰਕਾਰ ਆਈ, ਤਾਂ ਉਸ ਤੋਂ ਬਾਅਦ ਨਵੀਂ ਸਿੱਟ ਬਣਾਈ ਗਈ ਪਰਮਾਰ ਸਾਹਿਬ ਦੇ ਅੰਡਰ। ਤਾਂ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਜਿਹੜੇ ਨੇ ਉਹਦਾ ਨਤੀਜਾ ਜਿਹੜਾ ਹੈਗਾ ਆਪਾਂ ਨੂੰ ਪਤਾ ਹੈ ਕਿ ਜਿਹੜੇ 6 ਵਿਅਕਤੀ ਤੁਸੀਂ ਦੱਸ ਰਹੇ ਹੋ, ਜਿਹੜੇ ਕਿ ਕਿਹਾ ਗਿਆ ਕਿ ਇਹ ਡੇਰਾ ਪ੍ਰੇਮੀ ਜਿੰਨੇ ਔਰ ਸਿਰਸਾ ਡੇਰਾ ਜੀ ਦੇ ਨਾਲ ਜਿਹੜੇ ਸੰਬੰਧਤ ਰੱਖਦੇ ਨੇ। ਸੋ ਇਸ ਕਰਕੇ ਇਹ ਜਿਹੜੇ ਨੇ, ਆਪਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਿਹੜੀ ਵੱਡੀ ਗੱਲ ਜਿਹੜੀ ਲੋਕ ਮੰਗ ਕਰ ਰਹੇ ਨੇ, ਜਿਹੜੀ ਨਵਜੋਤ ਸਿੰਘ ਸਿੱਧੂ ਮੰਗ ਕਰ ਰਹੇ ਨੇ, ਜਾਂ ਜਿਹੜੀਆਂ ਵਿਰੋਧੀ ਧਿਰਾਂ ਮੰਗ ਕਰ ਰਹੀਆਂ ਨੇ, ਉਹ ਇਹ ਹੈ ਕਿ ਕਿਸੇ ਵੇਲੇ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੂੰਗਾ, ਔਰ ਉਹਦੇ ਵਿੱਚ ਜਿਹੜੇ ਵੱਡੇ ਮਗਰਮੱਛ ਨੇ, ਜਿਹੜੇ ਉਹਨਾਂ ਨੂੰ ਇਹ ਵੀ ਬਕਾਇਦਾ ਕਿਹਾ ਸੀਗਾ ਕਿ ਮੈਨੂੰ ਪਤਾ ਹੈ ਕਿ ਕਿਹੜਾ ਪਰਿਵਾਰ ਹੈ, ਔਰ ਉਹਨਾਂ ਨੇ ਉਸ ਪਰਿਵਾਰ ਦਾ ਨਾਮ ਵੀ ਲਿਆ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਇਹਦੇ ਪਿੱਛੇ, ਇਹ ਸਾਰੇ ਕਾਂਡ ਦੇ ਪਿੱਛੇ, ਚਾਹੇ ਜਿੰਨੇ ਵੀ ਤੁਸੀਂ ਕਾਂਡ ਦੇਖੋਗੇ, ਇੱਕ ਦੇ ਨਾਲ ਇੱਕ ਕੜੀ ਜੁੜਦੀ ਹੈ। ਸੋ ਉਸ ਕਾਂਡ ਦੇ ਪਿੱਛੇ ਉਸ ਵੇਲੇ ਉਹਨਾਂ ਨੇ ਕਿਹਾ ਸੀਗਾ ਕਿ ਬਾਦਲ ਪਰਿਵਾਰ ਜਿਹੜਾ ਹੈਗਾ ਜ਼ਿੰਮੇਵਾਰ ਹੈ, ਔਰ ਅਸੀਂ ਉਹਨਾਂ ਨੂੰ
ਸਲਾਖਾਂ ਦੇ ਪਿੱਛੇ ਦੇਵਾਂਗੇ। ਆਪਾਂ ਨੂੰ ਪਤਾ ਹੈ ਕਿ ਉਹ ਵੀਡੀਓਜ਼ ਜਿਹੜੀਆਂ ਨੇ ਉਹ ਲਗਾਤਾਰ ਵਾਇਰਲ ਹੋਈਆਂ। ਪਰ ਹੁਣ ਕੀ ਹੋ ਰਿਹਾ ਕਿ ਇਸ ਵੇਲੇ ਜਿਹੜਾ ਹੈਗਾ ਬਾਕੀ ਜਿਹੜੇ ਸਬੂਤ ਨੇ, ਆਪਾਂ ਨੂੰ ਪਤਾ ਹੈ ਕਿ ਜਦੋਂ ਤੁਸੀਂ ਕਿਸੇ ਕੋਲ ਸੱਤਾ ਹੁੰਦੀ ਹੈ, ਜਿਹੜੀ ਤੁਸੀਂ ਆਪਾਂ ਗੱਲ ਕਰਾਂਗੇ ਨਾ ਸਬੂਤਾਂ ਦੀ, ਸਬੂਤ ਜਦੋਂ ਤੁਹਾਡੇ ਕੋਲ ਸੱਤਾ ਹੈ, ਤੁਹਾਡੇ ਕੋਲ ਪੈਸਾ ਹੈ, ਤੁਹਾਡੇ ਕੋਲ ਤਾਕਤ ਹੈ, ਤੁਸੀਂ ਸਬੂਤਾਂ ਨੂੰ ਕਿਵੇਂ ਮਰਜ਼ੀ ਤੋੜ ਮਰੋੜ ਸਕਦੇ ਹੋ। ਇਹੀ ਗੱਲ ਜਿਹੜੀ ਤੁਸੀਂ ਭਗਵੰਤ ਮਾਨ ਹੋਰਾਂ ਦੀ ਗੱਲ ਕੀਤੀ ਸੀ, ਭਗਵੰਤ ਮਾਨ ਹੋਰਾਂ ਦਾ ਜਿਹੜਾ ਅੱਜ ਵਿਸ਼ੇਸ਼ ਇੱਕ ਜਿਹੜਾ ਬਿਆਨ ਆਇਆ ਉਹ ਇਹੀ ਆਇਆ ਕਿ ਬਹੁਤ ਸਾਰਾ ਜਦੋਂ ਤੁਸੀਂ ਸੱਤਾ 'ਚ ਰਹੇ ਲਗਭਗ 1.5 ਸਾਲ, ਜਦੋਂ ਇਹ 15 ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ 15 ਦੇ ਵਿੱਚ ਇਹ ਘਟਨਾਵਾਂ ਵਾਪਰਦੀਆਂ ਨੇ ਬੇਅਦਬੀ ਕਾਂਡ ਦੀਆਂ, ਤਾਂ ਉਹਦੇ ਵਿੱਚ ਬਹੁਤ ਸਾਰੇ ਤੁਹਾਡੇ ਕੋਲੇ ਜਦੋਂ ਤੁਸੀਂ ਸੱਤਾ ਹੁੰਦੀ ਹੈ, ਤਾਕਤ ਹੁੰਦੀ ਹੈ, ਤੁਸੀਂ ਗਵਾਹ ਮਕਰਾ ਸਕਦੇ ਹੋ, ਤੁਸੀਂ ਸਬੂਤ ਇੱਧਰ ਉੱਧਰ ਕਰ ਸਕਦੇ ਹੋ। ਸੋ ਕਿਉਂਕਿ ਕਾਨੂੰਨ ਨੇ ਸਬੂਤਾਂ ਦੇ ਮੁਤਾਬਕ ਚੱਲਣਾ ਹੁੰਦਾ ਹੈ। ਸੋ ਕਾਨੂੰਨ ਜਿਹੜਾ ਹੁੰਦਾ, ਕਾਨੂੰਨ ਨੂੰ ਤੁਸੀਂ ਕਿਵੇਂ ਮਰਜ਼ੀ ਤੋੜ ਮਰੋੜ ਲਓ। ਜਿਹਦੇ ਕੋਲੇ ਸੱਤਾ ਹੈ, ਜਿਹਦੇ ਕੋਲੇ ਤਾਕਤ ਹੈ, ਜਿਹਦੇ ਕੋਲੇ ਪੈਸਾ ਹੈ, ਉਹ ਆਪਣੇ ਮੁਤਾਬਕ ਕਾਨੂੰਨ ਨੂੰ ਜਿਹੜਾ ਹੈਗਾ ਉਹਨੂੰ ਵਰਤਦਾ। ਸੋ ਇੱਥੇ ਵੀ ਜਿਹੜੀਆਂ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹ ਇੱਕ ਆਮ ਲੋਕ ਨੇ, ਸਧਾਰਨ ਲੋਕ ਨੇ, ਇੱਕ ਖਾਸ ਤਰ੍ਹਾਂ ਦੇ ਜਿਹੜੇ ਸੀਗੇ ਆਪਾਂ ਨੂੰ ਪਤਾ ਹੈ ਕਿ ਡੇਰੇ ਨਾਲ ਸੰਬੰਧਿਤ ਨੇ। ਪਰ ਇਹ ਜਿਹੜੇ ਅਸਲੀ ਮੁਜਰਮ ਨਹੀਂ ਹੈਗੇ। ਅਸਲੀ ਮੁਜਰਮ ਤੱਕ ਪਹੁੰਚਣਾ ਜਿਹੜਾ ਹੈਗਾ ਅਜੇ ਟਾਈਮ ਲੱਗ ਰਿਹਾ। ਅਜੇ ਜਿਹੜੇ ਨੇ ਆਪਾਂ ਨੂੰ ਪਤਾ ਹੈ ਕਿ ਅਜੇ ਤਾਂ ਇਹ ਸ਼ੁਰੂਆਤ ਕਹਿ ਸਕਦੇ ਹਾਂ ਕਿ ਸ਼ੁਰੂਆਤ ਹੋਈ ਹੈ, ਚੰਗੀ ਸ਼ੁਰੂਆਤ ਹੋਈ ਹੈ, ਪਰ ਇਹਨੂੰ ਅੰਜਾਮ ਤੱਕ ਲੈ ਕੇ ਜਾਣਾ ਹਜੇ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਕੈਪਟਨ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਨਹੀਂ ਮੂਹਰੇ ਜਿਹੜੇ ਮੋਹਰਿਆਂ ਤੇ ਆ ਉਹਨਾਂ ਤੇ ਨਜ਼ਲਾਂ ਝਾੜ ਦਿੱਤਾ ਜਾਵੇ ਵੀ ਅਸਲੀ ਦੋਸ਼ੀ ਜਿਹੜੇ ਪਰਦੇ ਦੇ ਪਿੱਛੇ ਲੁਕੇ ਰਹਿ ਜਾਣ। ਹਾਂ, ਅਸਲੀ ਗੱਲ ਇਹੀ ਹੈ ਕਿ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਵੇਂ ਗੋਲੀ ਕਾਂਡ ਵੇਲੇ ਜਿਹੜਾ ਹੋਇਆ, ਔਰ ਉਸ ਵੇਲੇ ਵੀ ਤੁਸੀਂ ਦੇਖੋਗੇ ਕਿ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੇ ਉੱਤੇ ਨਜ਼ਲਾਂ ਝਾੜ ਦਿੱਤਾ ਗਿਆ, ਪਰ ਉਹ ਗੋਲੀ ਕਾਂਡ ਦਾ ਜਿਹੜਾ ਹੁਕਮ ਸੀਗਾ ਉਹ ਕਿੱਥੋਂ ਆਉਂਦਾ ਹੈ ਔਰ ਕਿਵੇਂ ਆਉਂਦਾ ਹੈ, ਉਹ ਕੱਲ ਵੀ ਤੁਸੀਂ ਦੇਖਿਆ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੀ ਜਿਹੜਾ ਟਵੀਟ ਕੀਤਾ, ਆਪਣੀ ਸਾਰੀ ਕਾਨਫਰੰਸ ਕੀਤੀ ਹੈ, ਉਹਦੇ ਵਿੱਚ ਕੱਲੀ ਗੱਲ ਉਹਨਾਂ ਨੇ ਸਪਸ਼ਟ ਕੀਤੀ ਹੈ ਕਿ ਕਿੱਥੋਂ ਸਬੂਤ ਆਉਂਦਾ ਹੈ, ਕਿੱਥੋਂ ਉਹਨਾਂ ਨੂੰ ਹੁਕਮ ਆਉਂਦਾ ਹੈ ਔਰ ਕਿੱਥੋਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਨੇ। ਇਹ ਮਤਲਬ ਜੇ ਇੱਕ ਆਮ ਸਧਾਰਨ ਲੋਕ ਉਹ ਵੀਡੀਓ ਫੁਟੇਜ ਜਿਹੜੇ ਨੇ ਉਹ ਦੇਖ ਕੇ ਸਪਸ਼ਟ ਕਰ ਸਕਦੇ ਨੇ, ਅੰਦਾਜ਼ਾ ਲਾ ਸਕਦੇ ਨੇ, ਤਾਂ ਸਰਕਾਰਾਂ ਕਿਉਂ ਉਸ ਮਤਲਬ ਉਹਦੇ ਵਿੱਚ ਹਿਚਕਿਚਾਹਟ ਕਰ ਰਹੀਆਂ ਨੇ। ਖਾਸ ਤੌਰ ਤੇ ਕੈਪਟਨ ਸਰਕਾਰ ਜਿਹੜੀ ਹੈਗੀ ਹੈ ਜਾਂ ਕੈਪਟਨ ਸਾਹਿਬ ਜਿਹੜੇ ਨੇ ਉਹ ਕਿਉਂ ਨਹੀਂ, ਉਹਨਾਂ ਨੂੰ ਸਬੂਤ ਉਹ ਨਜ਼ਰ ਆ ਰਹੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਰਕਾਰਾਂ ਦੀ ਕੀ ਹੁੰਦੀ ਹੈ ਕਿ ਕਿਤੇ ਨਾ ਕਿਤੇ ਕਿਉਂਕਿ ਕਨੈਕਸ਼ਨਸ ਨੇ ਆਪਸ ਦੇ ਵਿੱਚ ਔਰ ਆਪਸ ਦੇ ਵਿੱਚ ਮਿਲੀ ਭੁਗਤ ਹੈ, ਇਸ ਕਰਕੇ ਸਬੂਤਾਂ ਨੂੰ ਕਈ ਵਾਰੀ ਤੋੜ ਮਰੋੜਿਆ ਵੀ ਜਾਂਦਾ ਹੈ, ਕਈ ਵਾਰੀ ਨਸ਼ਟ ਵੀ ਕੀਤਾ ਜਾਂਦਾ ਹੈ, ਕਈ ਵਾਰੀ ਕਈ ਤਰ੍ਹਾਂ ਦੇ ਜਿਹੜੇ ਨੇ ਇਹਦੇ ਵਿੱਚ ਜਿਹੜੇ ਨੇ ਅਸਪਸ਼ਟਤਾ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ। ਸੋ ਇਸ ਕਰਕੇ ਇਸ ਕੇਸ ਦੇ ਵਿੱਚ ਵੀ ਤੁਸੀਂ ਤਿੰਨੋਂ ਕੇਸ ਦੇਖੋਗੇ, ਇਹਦੇ ਵਿੱਚ ਜਿਹੜੀ ਹੈਗੀ ਹੈ ਭੰਬਲ ਭੂਸਾ ਇੰਨਾ ਪਾ ਦਿੱਤਾ ਗਿਆ ਔਰ ਇੰਨਾ ਭੰਬਲ ਭੂਸਾ ਪਾਉਣ ਦੇ ਕਰਕੇ ਜਿਹੜਾ ਹੈਗਾ ਕਨਫਿਊਜ਼ਨ ਲੋਕਾਂ ਦੇ ਵਿੱਚ ਕ੍ਰੀਏਟ ਕੀਤਾ ਗਿਆ। ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਇਸ ਵੇਲੇ ਕਿ ਦੋਸ਼ੀ ਕੌਣ ਹੈ ਔਰ ਬੇਦੋਸ਼ੇ ਕੌਣ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਰਕਾਰਾਂ ਜਿਹੜੀਆਂ ਨੇ, ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਕੈਪਟਨ ਸਾਹਿਬ ਦੀ ਜ਼ਿੰਮੇਵਾਰੀ ਕਿੱਥੇ ਤਾਂ ਇਹ ਬਣਦੀ ਸੀ ਕਿ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੀਏ, ਲੋਕਾਂ ਨੂੰ ਸਪਸ਼ਟ ਕਰੀਏ, ਲੋਕਾਂ ਨੂੰ ਚੀਜ਼ਾਂ ਨੂੰ ਸਗੋਂ ਸੌਖੇ ਤਰੀਕੇ ਨਾਲ ਦੱਸੀਏ ਕਿ ਆਹ ਘਟਨਾਵਾਂ ਨੇ, ਆਹ ਵਾਪਰੀਆਂ, ਉਹਦੇ ਲਈ ਆਹ ਬੰਦੇ ਜ਼ਿੰਮੇਵਾਰ ਨੇ। ਕਿੱਥੇ ਕੀ ਕੀਤਾ ਗਿਆ ਕਿ ਜਾਣਬੁੱਝ ਕੇ ਉਸ ਚੀਜ਼ ਨੂੰ ਉਲਝਾਇਆ ਗਿਆ, ਗੁੰਝਲ ਪੈਦਾ ਕੀਤੀ ਗਈ ਔਰ ਗੁੰਝਲ ਪੈਦਾ ਕਰਨ ਦੇ ਕਰਕੇ ਕੀ ਹੋ ਗਿਆ ਕਿ ਇਹਨੂੰ ਡਿਲੇ ਕੀਤਾ ਗਿਆ। ਔਰ ਜਿੰਨਾ ਤੁਸੀਂ ਡਿਲੇ ਕਰੋਗੇ ਕੋਈ ਵੀ ਜਿਹੜਾ ਮਸਲਾ ਹੈ ਤਾਂ ਉਨਾ ਹੀ ਉਹਦੇ ਵਿੱਚੋਂ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਜਿਹੜਾ ਦਬਾਅ ਬਣਿਆ ਉਹਦੇ ਕਰਕੇ ਹੁਣ ਕਾਰਵਾਈ ਤੇਜ਼ ਹੋਈ ਹੈ, ਕੀ ਲੱਗਦਾ ਕਿ ਹੁਣ ਮਾਮਲਾ ਇਨਸਾਫ ਵੱਲ ਨੂੰ ਵਧੇਗਾ, ਚਾਹੇ ਉਹ ਵੋਟਾਂ ਦੇ ਕਰਕੇ ਹੀ ਹੋਵੇ, ਚਾਹੇ ਉਹ ਸਰਕਾਰ ਦੁਬਾਰਾ ਬਣਾਉਣ ਦੇ ਪ੍ਰੈਸ਼ਰ ਹੇਠ ਹੀ ਹੋਵੇ? ਕੀ ਲੱਗਦਾ ਕਿ ਇਸ ਦੇ ਪਿੱਛੇ ਜਿਹੜਾ 2022 ਦੀਆਂ ਵਿਧਾਨ ਸਭਾ ਚੋਣਾਂ ਨੇ ਉਹਦੇ ਕਰਕੇ ਹੀ ਜਿਹੜਾ ਇਨਸਾਫ ਮਿਲ ਜਾਵੇ? ਕੀ ਲੱਗਦਾ ਕਿ ਇਨਸਾਫ ਵੱਲ ਨੂੰ ਹੁਣ ਗੱਲ ਵਧੀ ਹੈ? ਸੁਖਵਿੰਦਰ ਜੀ ਦੇਖੋ, ਜੇ ਤਾਂ ਸਰਕਾਰ ਦੀ ਨੀਤ ਸਾਫ਼ ਹੈ ਤਾਂ ਕੋਈ ਕਾਰਨ ਨਹੀਂ ਕਿ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ ਹੈ। ਬਿਲਕੁਲ ਕੋਈ ਵੀ ਮਸਲਾ ਇੰਨਾ ਗੁੰਝਲਦਾਰ ਨਹੀਂ ਹੁੰਦਾ ਕਿ ਤੁਸੀਂ ਉਹਦਾ ਕੋਈ ਸਿੱਟਾ ਹੀ ਨਾ ਕੱਢਿਆ ਜਾ ਸਕੇ। ਸੋ ਸਗੋਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜੇ ਵੀ ਗੁੰਝਲਦਾਰ ਮਸਲੇ ਨੇ ਉਹਨੂੰ ਸੌਖਿਆਂ ਤਰੀਕੇ ਨਾਲ ਸੋਲਵ ਕਰਨਾ ਔਰ ਉਹਨੂੰ ਅੰਜਾਮ ਤੱਕ ਲੈ ਕੇ ਜਾਣਾ। ਠੀਕ ਹੈ, ਪਰ ਇੱਥੇ ਕੀ ਹੈ ਕਿ ਇੱਥੇ ਬਿਲਕੁਲ ਸਪਸ਼ਟ ਚੀਜ਼ ਨੂੰ ਜਿਹੜਾ ਹੈਗਾ ਗੁੰਝਲਦਾਰ ਬਣਾਇਆ ਗਿਆ ਔਰ ਗੁੰਝਲਦਾਰ ਬਣਾ ਕੇ ਉਹਨੂੰ ਡਿਲੇ ਕੀਤਾ ਗਿਆ
ਔਰ ਡਿਲੇ ਦਾ ਮਤਲਬ ਇਹੀ ਸੀਗਾ ਕਿ ਅਖੀਰ ਨੂੰ ਉਹਨਾਂ ਨੂੰ ਜਿਹੜਾ ਹੈਗਾ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਉੱਤੇ ਪਾਣੀ ਫੇਰਤਾ। ਔਰ ਇਹਦਾ ਮਤਲਬ ਇਹ ਹੈ ਕਿ ਮੈਂ ਨਹੀਂ ਕਹਿੰਦਾ ਕਿ ਇਹ ਕੋਈ ਇਹ ਸ਼ੁਰੂਆਤ ਹੈ, ਸ਼ੁਰੂਆਤ ਹੋਗੀ, ਸ਼ੁਰੂਆਤ ਕਰਨੀ ਚਾਹੀਦੀ ਸੀਗੀ, ਪਰ ਇਹ ਅੰਜਾਮ ਤੱਕ ਕਦੋਂ ਜਾਏਗਾ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਜਿਹੜੀ ਨੀਤ ਹੈ ਔਰ ਨੀਤੀ ਹੈ ਸਰਕਾਰ ਦੀ, ਉਹਦੇ ਉੱਤੇ ਡਿਪੈਂਡ ਕਰਦਾ ਹੈ। ਸੋ ਕੈਪਟਨ ਸਾਹਿਬ ਅਗਲੇ ਦਿਨਾਂ ਦੇ ਵਿੱਚ ਜਿਵੇਂ ਉਹਨਾਂ ਦੇ ਉੱਤੇ ਪ੍ਰੈਸ਼ਰ ਹੈ ਕਿ ਜਿਹੜੇ ਵੱਡੇ ਮਗਰਮੱਛ ਨੇ ਇਹਨਾਂ ਦੇ, ਚਾਹੇ ਉਹ ਨਸ਼ਿਆਂ ਦੇ ਨੇ, ਕਿਸੇ ਵੀ ਜਿਹੜੇ ਮਸਲੇ ਦੇ ਉੱਤੇ ਤੁਸੀਂ ਦੇਖੋਗੇ ਕਿ ਜਿੰਨੀ ਦੇਰ ਵੱਡੇ ਮਗਰਮੱਛ ਨਹੀਂ ਫੜੇ ਜਾਂਦੇ ਉਨੀ ਦੇਰ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਉਹਨਾਂ ਦੀ ਨੀਤ ਦੇ ਉੱਤੇ ਹਮੇਸ਼ਾ ਹੀ ਜਿਹੜਾ ਹੈਗਾ ਕੁਐਸਚਨ ਮਾਰਕ ਲੱਗਦਾ ਹੈ। ਤੁਸੀਂ ਸਬੂਤ ਨਸ਼ਟ ਕਰਨ ਦੀ ਗੱਲ ਕੀਤੀ ਸੀ, ਜਿਹੜੇ ਨਵਜੋਤ ਸਿੰਘ ਸਿੱਧੂ ਆ ਉਹ ਵੀ ਲਗਾਤਾਰ ਸਵਾਲ ਚੱਕਦੇ ਰਹੇ ਨੇ ਕਿ ਦੁਬਾਰਾ SITਆਂ ਬਣਾਉਣ ਦੇ ਨਾਲ ਜਿਹੜਾ ਕੇਸ ਕਮਜ਼ੋਰ ਪੈਂਦਾ ਹੈ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਚਣ ਦਾ ਮੌਕਾ ਮਿਲਦਾ ਹੈ, ਸਬੂਤ ਨਸ਼ਟ ਹੁੰਦੇ ਨੇ, ਸਬੂਤ ਖਤਮ ਹੁੰਦੇ ਨੇ। ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਚੈਲੰਜ ਕੀਤਾ ਜਾਂਦਾ ਨਵਜੋਤ ਸਿੰਘ ਸਿੱਧੂ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਖਾਸ ਕਰਕੇ ਭਗਵੰਤ ਮਾਨ ਵੀ ਜਿਹੜੇ ਉਹਨਾਂ ਦੇ ਨਾਲ ਇਸ ਤਿੰਨਾਂ ਨਾਵਾਂ ਦੇ ਨੂੰ ਚੈਲੰਜ ਕੀਤਾ ਜਾਂਦਾ ਹੈ ਕਿ ਭਾਈ ਜੇ ਤੁਹਾਡੇ ਕੋਲ ਕੋਈ ਸਬੂਤ ਆ ਤਾਂ ਰੱਖੋ ਕੱਢ ਕੇ, ਬੇਅਦਬੀ ਜਿਹੜੀ ਅਕਾਲੀ ਦਲ ਨੇ ਕਰਵਾਈ ਹੈ ਤਾਂ ਸਬੂਤ ਰੱਖ ਦਿਓ ਇੱਥੇ ਕੱਢ ਕੇ। ਤਾਂ ਕੱਲ ਨਵਜੋਤ ਸਿੰਘ ਸਿੱਧੂ ਨੇ ਇੱਕ ਕਰਕੇ ਜਿਹੜਾ ਸਬੂਤ ਰੱਖਿਆ, ਦੁਬਾਰਾ ਜਿਹੜੀ ਪੁਰਾਣੀ ਪ੍ਰੈਸ ਕਾਨਫਰੰਸ ਸੀ ਉਹ ਤਾਜ਼ੀ ਕੀਤੀ। ਤਾਂ ਹੁਣ ਭਗਵੰਤ ਮਾਨ ਦਾ ਵੀ ਜਿਹੜਾ ਜਵਾਬ ਹੈ, ਭਗਵੰਤ ਮਾਨ ਕਹਿੰਦੇ ਕਿ ਹਾਲੇ ਵੀ ਤੁਹਾਡੇ ਖਿਲਾਫ ਜਿਹੜੇ, ਬੇਸ਼ੱਕ ਤੁਹਾਡੇ ਖਿਲਾਫ ਜਿਹੜੇ ਸਬੂਤ ਨਸ਼ਟ ਕਰ ਦਿੱਤੇ ਗਏ ਆ, ਪਰ ਹਾਲੇ ਵੀ ਕਹਿੰਦੇ ਸਬੂਤਾਂ ਦੀ ਘਾਟ ਨਹੀਂ ਹੈ। ਕਹਿੰਦੇ ਦੋਸ਼ੀ ਜਿਹੜਾ ਹੁੰਦਾ ਉਹਦੇ ਝੱਗੇ ਦੇ ਉੱਪਰ ਕਹਿੰਦੇ ਖੂਨ ਦੇ ਛਿੱਟੇ ਰਹਿ ਹੀ ਜਾਂਦੇ ਹੁੰਦੇ ਆ। ਕਿਵੇਂ ਦੇਖਦੇ ਆ ਭਗਵੰਤ ਮਾਨ ਦੇ ਇਸ ਬਿਆਨ ਨੂੰ? ਕੀ ਲੱਗਦਾ ਕਿ ਆਮ ਆਦਮੀ ਪਾਰਟੀ ਵੀ ਹੁਣ ਨਵਜੋਤ ਸਿੰਘ ਸਿੱਧੂ ਦੇ ਨਾਲ ਇਸ ਮਸਲੇ ਤੇ ਜ਼ੋਰਦਾਰ ਐਕਸ਼ਨ ਕਰੇਗੀ? ਸੁਖਵਿੰਦਰ ਜੀ ਦੇਖੋ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸੰਬੰਧ ਹੈ ਉਹ ਲਗਾਤਾਰ ਹੀ ਇਸ ਮਸਲੇ ਦੇ ਉੱਤੇ ਉਹਨਾਂ ਦਾ ਜਿਹੜੀ ਹੈਗੀ ਆਵਾਜ਼ ਉਠਾਉਂਦੀ ਰਹੀ ਹੈ। ਪਹਿਲਾਂ ਵੀ ਉਠਾਏ ਨੇ, ਚਾਹੇ ਉਹ ਚੀਮਾ ਸਾਹਿਬ ਹੋਣ, ਚਾਹੇ ਉਹ ਭਗਵੰਤ ਮਾਨ ਹੋਣ, ਚਾਹੇ ਕੋਈ ਹੋਰ ਜਿਹੜੇ ਨੇ ਵੱਡੇ ਲੀਡਰ ਪੰਜਾਬ ਦੇ ਹੋਣ। ਇਹਦੇ ਨਾਲ ਤੁਸੀਂ ਜਿਹੜੀ ਕੱਲ ਦੀ ਆਪਾਂ ਗੱਲ ਕਰਾਂਗੇ, ਤੁਸੀਂ ਗੱਲ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਹੈਗੀ ਪ੍ਰੈਸ ਕਾਨਫਰੰਸ ਉਹਨਾਂ ਨੇ ਰਿਪੀਟ ਕੀਤੀ ਹੈ ਕੱਲ, ਉੱਥੋਂ ਤੁਸੀਂ ਸਪਸ਼ਟ, ਉੱਥੋਂ ਤਾਂ ਮੈਨੂੰ ਲੱਗਦਾ ਕਿ ਬੱਚਾ ਵੀ ਇਸ ਗੱਲ ਦੇ ਲਈ ਮਤਲਬ ਉਹ ਜਾਣੂ ਹੋ ਸਕਦਾ ਹੈ ਕਿ ਇਹਦੇ ਵਿੱਚ ਕਿਹਦਾ ਮੇਨ ਕਸੂਰਵਾਰ ਕੌਣ ਹੈ। ਉਹਨਾਂ ਨੇ ਸਪਸ਼ਟ ਕੀਤਾ, ਕੱਲੀ ਗੱਲ ਮੈਨੂੰ ਲੱਗਦਾ ਹੈ ਕਿ ਹਜੇ ਵੀ ਜੇ ਹੋਰ ਸਬੂਤਾਂ ਦੀ ਗੱਲ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਸਾਹਿਬ, ਇਹਦਾ ਮਤਲਬ ਫਿਰ ਤਾਂ ਦਾਲ ਦੇ ਵਿੱਚ ਕੁਝ ਕਾਲਾ ਹੀ, ਮਤਲਬ ਦਾਲ ਹੀ ਕਾਲੀ ਹੈ, ਇਹ ਤਾਂ ਆਪਾਂ ਕਹਿ ਸਕਦੇ ਹਾਂ। ਸੋ ਹਜੇ ਵੀ ਜੇ ਕੱਲ ਵਾਲੀ ਜਿਹੜੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜੇ ਆਪਾਂ ਕਹੀਏ ਕਿ ਜਿਹੜੀ ਕਾਨਫਰੰਸ ਹੈ ਔਰ ਕੱਲੀ ਗੱਲ ਉਹਨਾਂ ਨੇ ਜੇ ਸਪਸ਼ਟ ਕੀਤੀ ਹੈ, ਤਾਂ ਹਜੇ ਵੀ ਜੇ ਸਬੂਤਾਂ ਦੀ ਘਾਟ ਅਕਾਲੀ ਦਲ ਨੂੰ ਜਾਂ ਸੁਖਬੀਰ ਬਾਦਲ ਹੋਰਾਂ ਨੂੰ ਹਜੇ ਨਜ਼ਰ ਨਹੀਂ ਆ ਰਹੀ, ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਤਾਂ ਨੀਤ ਦੀ ਗੱਲ ਹੈ। ਇਹ ਹੁਣ ਸਬੂਤਾਂ ਦੀ ਤਾਂ ਹੋਰ ਘਾਟ ਰਹੀ ਨਹੀਂ ਹੈ, ਸਬੂਤ ਤਾਂ ਉਹਨਾਂ ਨੇ ਇੱਕ ਕਰਕੇ ਦੱਸ ਹੀ ਦਿੱਤੇ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ। ਸੋ ਹੁਣ ਤਾਂ ਅਗਲਾ ਹੈ ਕਿ ਫੈਸਲਾ ਕਿਵੇਂ ਕਰਨਾ ਹੈ, ਕਿ ਕੈਪਟਨ ਸਾਹਿਬ ਇਹਨਾਂ ਸਬੂਤਾਂ ਨੂੰ ਕਿਵੇਂ ਲੈ ਰਹੇ ਨੇ। ਗੱਲ ਤਾਂ ਇਹੀ ਹੈ ਕਿ ਹੁਣ ਫੈਸਲੇ ਅੰਜਾਮ ਤੱਕ ਜਿਹੜਾ ਹੈਗਾ ਉਹਨੂੰ ਲੈ ਕੇ ਜਾਣਗੇ ਜਾਂ ਨਹੀਂ ਜਾਣਗੇ, ਇਹ ਹੁਣ ਕੋਰਟ ਜਿਹੜੀ ਬਾਲ ਜਿਹੜੀ ਹੈਗੀ ਹੈ ਇਹ ਕੈਪਟਨ ਸਾਹਿਬ ਦੀ ਕੋਰਟ ਦੇ ਵਿੱਚ ਚਲੀ ਗਈ ਹੈ। ਸੋ ਕੈਪਟਨ ਸਾਹਿਬ ਨੇ ਫੈਸਲਾ ਕਰਨਾ ਹੈ, ਕੈਪਟਨ ਸਾਹਿਬ ਦੀ ਸਰਕਾਰ ਹੈ, ਕੈਪਟਨ ਸਾਹਿਬ ਗ੍ਰਹਿ ਮੰਤਰੀ ਨੇ। ਸੋ ਕੈਪਟਨ ਸਾਹਿਬ ਜਿਵੇਂ ਕਰਨਗੇ, ਜਿਵੇਂ ਉਹਨਾਂ ਦੀ ਨੀਤ ਔਰ ਨੀਤੀ ਹੋਏਗੀ, ਉਹਦੇ ਹਿਸਾਬ ਨਾਲ ਫੈਸਲਾ ਆ ਜਾਏਗਾ। ਸੋ ਹੁਣ ਮੈਨੂੰ ਨਹੀਂ ਲੱਗਦਾ ਕਿ ਸਬੂਤਾਂ ਦੀ ਕੋਈ ਘਾਟ ਇਸ ਵੇਲੇ ਲੋਕਾਂ ਨੂੰ ਵੀ ਨਹੀਂ ਨਜ਼ਰ ਆ ਰਹੀ, ਔਰ ਨਾ ਹੀ ਭਗਵੰਤ ਮਾਨ ਹੋਰਾਂ ਨੇ ਜਿਵੇਂ ਕਿਹਾ ਕਿ ਬਹੁਤ ਸਬੂਤ ਨੇ। ਔਰ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਬਾਰ-ਬਾਰ ਜਦੋਂ ਗੱਲ ਆਪਣੀ ਪੁਰਾਣੀ ਵੀਡੀਓ ਦੇ ਰਾਹੀਂ ਗੱਲ ਕਰ ਰਹੇ ਨੇ, ਤਾਂ ਉੱਥੋਂ ਸਪਸ਼ਟ ਹੁੰਦਾ ਕਿ ਸਬੂਤ ਬਹੁਤ ਨੇ, ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਫਿਰ ਵੀ ਸਬੂਤ ਜਿਹੜੇ ਨੇ ਕਿਤੇ ਨਾ ਕਿਤੇ ਸਬੂਤ ਰਹਿ ਜਾਂਦੇ ਨੇ, ਔਰ ਉਹ ਸਬੂਤ ਅੱਜ ਵੀ ਮੌਜੂਦ ਨੇ। ਔਰ ਗੱਲ ਤਾਂ ਅਖੀਰ ਨੂੰ ਆ ਕੇ ਨੀਤ ਤੇ ਮੁਕਰਨੀ ਹੈ। ਸੋ ਇਸ ਕਰਕੇ ਨੀਤ ਸਾਫ਼ ਕਰਕੇ ਪੰਜਾਬ ਦੇ ਨਾਲ ਜਿਹੜਾ ਹੈਗਾ ਜੋ ਵਾਅਦੇ ਕੀਤੇ ਗਏ ਨੇ ਕੈਪਟਨ ਸਾਹਿਬ ਦੇ ਦੁਆਰਾ, ਉਹਨਾਂ ਨੂੰ ਉਹ ਵਾਅਦਿਆਂ ਨੂੰ ਪੂਰਾ ਕੀਤਾ ਜਾਏ। ਔਰ ਜਿਵੇਂ ਉਹਨਾਂ ਨੇ ਆਪ ਕਿਹਾ ਸੀਗਾ ਕਿ ਮੈਨੂੰ ਪਤਾ ਹੈ ਕਿ ਕਿਹੜੇ ਬੰਦੇ ਕਸੂਰਵਾਰ ਨੇ, ਔਰ ਉਹਨਾਂ ਕਸੂਰਵਾਰਾਂ ਨੂੰ ਜਿਵੇਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗਾ, ਉਹ ਹੁਣ ਮੌਕਾ ਆ ਚੁੱਕਿਆ ਹੈ। ਹੁਣ ਵੇਲਾ ਹੈ ਕਿ ਉਹਨਾਂ ਨੂੰ ਇਹ ਕਦਮ ਜਿਹੜੇ ਨੇ ਚੁੱਕਣੇ ਚਾਹੀਦੇ ਨੇ। ਸੁਖਵਿੰਦਰ ਜੀ, ਲਾਸਟ ਦੇ ਵਿੱਚ ਵੱਡੀ ਤੇ ਅਹਿਮ ਖਬਰ ਜਿਹੜੀ ਹੈ ਉਹ ਹੈ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਉੱਪਰ ਵਿਜੀਲੈਂਸ ਦੀ ਕਾਰਵਾਈ ਹੋਈ ਹੈ, ਬਹੁਤ ਸਾਰੇ ਸਿਆਸੀ ਪੰਡਿਤ ਮੰਨਦੇ ਨੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਸ਼ੈਲੀ ਦੇ ਉੱਪਰ ਸਵਾਲ ਚੁੱਕਦੇ ਆ, ਉਹਨਾਂ ਸਵਾਲਾਂ ਨੂੰ ਦਬਾਉਣ ਦੇ ਲਈ, ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਜਿਹੜੇ ਹੈ
ਇਹ ਵਿਜੀਲੈਂਸ ਦੀ ਕਾਰਵਾਈ ਕੀਤੀ ਗਈ ਹੈ। ਤਾਂ ਹੁਣ ਉਧਰ ਦੂਜੇ ਪਾਸੇ ਜਿਹੜੇ ਹੋਰ ਵੀ ਮੰਤਰੀ ਨੇ, ਚਰਨਜੀਤ ਸਿੰਘ ਚੰਨੀ ਕਹਿੰਦੇ ਕਿ ਉਹਨਾਂ ਦਾ ਕੋਈ ਮਾਮਲਾ ਕੋਈ ਪੁਰਾਣਾ ਲਟਕਿਆ ਆ ਰਿਹਾ ਸੀ। IAS ਮਹਿਲਾ ਅਧਿਕਾਰੀ ਨੂੰ ਇੱਕ ਅਸ਼ਲੀਲ ਜਾਂ ਇਤਰਾਜ਼ਯੋਗ ਜਿਹੜਾ ਮੈਸੇਜ ਭੇਜਣ ਦਾ ਉਹ ਸ਼ਿਕਾਇਤ ਕੀਤੀ ਸੀ, ਕਾਫੀ ਦੇਰ ਦਾ ਮਾਮਲਾ ਲਟਕਦਾ ਆ ਰਿਹਾ ਸੀ। ਤਾਂ ਹੁਣ ਚਰਨਜੀਤ ਸਿੰਘ ਜਿਹੜੇ ਚੰਨੀ ਹੈ ਕਹਿੰਦੇ ਕਿ ਉਹਨਾਂ ਦੇ ਉੱਪਰ ਦੁਬਾਰਾ ਤੋਂ ਉਸ ਮਾਮਲੇ ਦੇ ਵਿੱਚ ਕਾਰਵਾਈ ਹੋ ਸਕਦੀ ਹੈ। ਕਹਿੰਦੇ ਕਿ ਵਿਨੀ ਮਹਾਜਨ ਨੂੰ ਜਿਹੜੀ ਉਹ ਮਹਿਲਾ IAS ਅਧਿਕਾਰੀ ਹੈ ਉਹ ਜਾ ਕੇ ਸ਼ਿਕਾਇਤ ਪੱਤਰ ਦੇ ਸਕਦੇ ਤੇ ਨਾਲ ਹੀ ਨਾਲ ਉਹ ਕਹਿੰਦੇ ਕਿ ਕਰਨਾਟਕਾ ਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਅਜਿਹੇ ਮਾਮਲਿਆਂ ਦੇ ਵਿੱਚ ਆਪਣੇ ਮੰਤਰੀਆਂ ਤੋਂ ਅਸਤੀਫੇ ਲਏ ਆ, ਮੰਤਰੀਆਂ ਨੂੰ ਕੈਬਨਿਟ ਚੋਂ ਬਾਹਰ ਕੀਤਾ ਹੈ, ਉਹਦੀ ਤਰਜ਼ ਦੇ ਉੱਪਰ ਹੁਣ ਪੰਜਾਬ ਦੀ IAS ਲੌਬੀ ਜਿਹੜੀ ਹੈ ਕਹਿੰਦੇ ਕਿ ਉਹ ਇਕਜੁੱਟ ਹੋ ਗਈ ਹੈ ਤੇ ਚਰਨਜੀਤ ਚੰਨੀ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਹੈ। ਕੀ ਲੱਗਦਾ ਕਿ ਇਹ ਵੀ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ? ਕਿਉਂਕਿ ਜੇ ਭਾਈ ਪਹਿਲਾਂ ਤੁਸੀਂ 2 ਸਾਲ ਕਾਫੀ ਲੰਬਾ ਸਮਾਂ ਜਿਹੜਾ ਇਸ ਮਾਮਲੇ ਨੂੰ ਲਟਕਾਈ ਰੱਖਿਆ ਤਾਂ ਫਿਰ ਉਦੋਂ ਮਹਿਲਾ ਅਧਿਕਾਰੀ ਨੂੰ ਇਨਸਾਫ ਦੀ ਗੱਲ ਕਿਉਂ ਨਹੀਂ ਸਾਹਮਣੇ ਆਈ? ਹੁਣ ਏਡੀ ਛੇਤੀ ਮਹਿਲਾ ਅਧਿਕਾਰੀ ਨੂੰ ਇਨਸਾਫ ਦੀ ਵੀ ਗੱਲ ਸਾਹਮਣੇ ਆ ਗਈ ਹੈ। ਇਨਸਾਫ ਮਿਲਣਾ ਚਾਹੀਦਾ, ਜ਼ਰੂਰ ਮਿਲਣਾ ਚਾਹੀਦਾ, ਅਸੀਂ ਇਸ ਗੱਲ ਨੂੰ ਡਿਨਾਈ ਨਹੀਂ ਕਰਦੇ ਕਿ ਇਨਸਾਫ ਨਹੀਂ ਮਿਲਣਾ ਚਾਹੀਦਾ, ਇਨਸਾਫ ਮਿਲਣਾ ਚਾਹੀਦਾ ਹੈ, ਪਰ ਲਟਕਾਉਣਾ ਕਿੱਥੋਂ ਤੱਕ ਸਹੀ ਹੈ ਤੇ ਉਸ ਤੋਂ ਬਾਅਦ ਜੇਕਰ ਤੁਹਾਡੀ ਉਸ ਬੰਦੇ ਨਾਲ ਵਿਗੜ ਜਾਂਦੀ ਹੈ ਤਾਂ ਉਸੇ ਮਾਮਲੇ ਦੇ ਵਿੱਚ ਫਸਾਉਣਾ ਕਿੰਨਾ ਕੁ ਸਹੀ ਹੈ? ਕਿਵੇਂ ਦੇਖਦੇ ਹੋ ਕਿ ਮਾਮਲਾ ਇਹ ਵੀ ਸਿਆਸਤ ਤੋਂ ਪ੍ਰੇਰਿਤ ਲੱਗ ਰਿਹਾ? ਬਿਲਕੁਲ ਬਿਲਕੁਲ ਸੁਖਵਿੰਦਰ ਜੀ, ਤੁਸੀਂ ਦੇਖੋਗੇ ਕਿ ਚੰਨੀ ਸਾਹਿਬ ਜਿਹੜੇ ਨੇ ਲਗਾਤਾਰ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਪਤਾ ਹੈ ਕਿ ਕੋਈ ਜਿਹੜੇ ਵੱਖ-ਵੱਖ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਸਵਾਲ ਵੀ ਉਠਾ ਰਹੇ ਨੇ ਔਰ ਆਪਣੀਆਂ ਉਹ ਮੀਟਿੰਗਾਂ ਵੀ ਕਰ ਰਹੇ ਨੇ। ਖਾਸ ਤੌਰ ਤੇ ਉਹ ਇਹ ਵੀ ਜਦੋਂ ਦਲਿਤ ਮਿਨਿਸਟਰ ਸਾਹਿਬਾਨ ਜਾਂ ਦਲਿਤ MLA ਜਿਹੜੀ ਮੀਟਿੰਗ ਵੱਖਰੀ ਹੁੰਦੀ ਹੈ ਤਾਂ ਉੱਥੇ ਵੀ ਉਹਨਾਂ ਦਾ ਜਿਹੜਾ ਹੈਗਾ ਚੰਨੀ ਜੀ ਦਾ ਬਹੁਤ ਵੱਡਾ ਰੋਲ ਸੀਗਾ ਉਸ ਮੀਟਿੰਗ ਨੂੰ ਕਰਾਉਣ ਦੇ ਵਿੱਚ। ਇਸ ਤੋਂ ਇਲਾਵਾ ਤੁਸੀਂ ਹੋਰ ਵੀ ਜਿਹੜੇ ਕਾਂਗਰਸ ਦੇ ਵਿੱਚ ਵੱਖ-ਵੱਖ ਲੀਡਰ ਦੇਖੋਗੇ, ਸੁਖੀ ਰੰਧਾਵਾ ਜੀ ਦੇਖੋਗੇ, ਪ੍ਰਤਾਪ ਬਾਜਵਾ ਜੀ ਦੇਖੋਗੇ, ਇੱਥੋਂ ਤੱਕ ਕਿ ਰਵਨੀਤ ਬਿੱਟੂ ਜਿਹੜੇ ਕਿ ਲਗਾਤਾਰ ਆਪਾਂ ਨੂੰ ਪਤਾ ਹੈ ਕਿ ਕਦੇ ਉਹ ਕੈਪਟਨ ਸਾਹਿਬ ਦੇ ਪੱਖ 'ਚ ਕਦੇ ਵਿਰੋਧ 'ਚ ਖੜਦੇ ਨਜ਼ਰ ਆ ਰਹੇ ਨੇ। ਇਹਨਾਂ ਲੋਕਾਂ ਨੇ ਲਗਾਤਾਰ ਆਵਾਜ਼ ਉਠਾਈ ਹੈ, ਆਪਣੇ ਪਾਰਟੀ ਦੇ ਵਿੱਚ ਰਹਿੰਦਿਆਂ ਉਠਾਈ ਹੈ। ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਮਾਮਲਾ ਜਿਹੜਾ ਹੈਗਾ, ਮੈਂ ਨਹੀਂ ਕਹਿੰਦਾ ਕਿ ਮਾਮਲਾ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਕੋਈ ਵੀ ਆਪਾਂ ਨੂੰ ਸਿਸਟਮ ਦੇ ਵਿੱਚ ਔਰਤ ਦੀ ਇੱਜ਼ਤ ਜਿਹੜੀ ਹੈਗੀ ਹੈ ਉਹ ਹੋਣੀ ਚਾਹੀਦੀ ਹੈ ਔਰ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਅਧਿਕਾਰੀ ਔਰਤਾਂ ਨੇ ਉਹਨਾਂ ਦੀ ਇੱਜ਼ਤ ਮਾਣ ਜਿਹੜਾ ਹੈਗਾ ਉਸ ਤਰ੍ਹਾਂ ਬਰਕਰਾਰ ਜਿਹੜਾ ਹੈਗਾ ਰਹਿਣਾ ਚਾਹੀਦਾ। ਆਪਾਂ ਨੂੰ ਪਿਛਲੇ ਕੇਸਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਤੁਸੀਂ KPS ਗਿੱਲ ਔਰ ਬਜਾਜ ਮੈਡਮ ਹੋਰਾਂ ਦਾ ਜਿਹੜਾ ਕੇਸ ਹੈ ਉਹ ਲਗਾਤਾਰ ਬੜਾ ਸੁਰਖੀਆਂ ਦੇ ਵਿੱਚ ਰਿਹਾ ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਇਨਸਾਫ ਨਹੀਂ ਮਿਲਿਆ ਜਾਂ ਬਹੁਤ ਦੇਰ ਬਾਅਦ ਉਹਨਾਂ ਨੂੰ ਜਿਹੜਾ ਸੀਗਾ ਮਾੜਾ ਮੋਟਾ ਜਿਹੜਾ ਹੈਗਾ ਇਨਸਾਫ ਮਿਲਿਆ। ਸੋ ਇਸ ਕੇਸ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਇਨਸਾਫ ਉਦੋਂ ਹੀ ਮਿਲ ਜਾਣਾ ਚਾਹੀਦਾ ਸੀਗਾ। ਉਦੋਂ ਅਸਲ 'ਚ ਵਿੱਚ ਕਿਉਂਕਿ ਕੈਪਟਨ ਸਾਹਿਬ ਦੇ ਬਹੁਤ ਨੇੜੇ ਸੀਗੇ ਚੰਨੀ ਸਾਹਿਬ, ਉਦੋਂ ਇਸ ਨੂੰ ਦਬਾਇਆ ਗਿਆ। ਹੁਣ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਕਿਉਂਕਿ ਵਿਰੋਧ ਕਿਤੇ ਨਾ ਕਿਤੇ ਚੰਨੀ ਸਾਹਿਬ ਦਾ ਨਜ਼ਰ ਆ ਰਿਹਾ ਕੈਪਟਨ ਸਾਹਿਬ ਦੇ ਨਾਲ, ਇਹ ਜਾਣ ਬੁੱਝ ਕੇ ਜਿਹੜਾ ਹੈਗਾ ਇਸ ਨੂੰ ਇਸ ਮੌਕੇ ਤੇ ਉਠਾਇਆ ਜਾ ਰਿਹਾ ਔਰ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਸਾਹਿਬ ਇਸ ਤਾਕਤ ਦੇ ਵਿੱਚ ਹੈਗੇ ਨੇ, ਇਸ ਪੋਜੀਸ਼ਨ ਦੇ ਵਿੱਚ ਹੈਗੇ ਨੇ ਕਿ ਉਹ ਚੰਨੀ ਸਾਹਿਬ ਤੇ ਕੋਈ ਐਕਸ਼ਨ ਕਰਨ, ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਇਸ ਵੇਲੇ ਕੈਪਟਨ ਸਾਹਿਬ ਦੀ ਪੋਜੀਸ਼ਨ ਜਿਹੜੀ ਹੈਗੀ ਆ ਅੱਜ ਤੋਂ 2-3 ਮਹੀਨੇ 6 ਮਹੀਨੇ ਪਹਿਲਾਂ ਜਿਹੜੀ ਪੋਜੀਸ਼ਨ ਸੀ ਉਸ ਤੋਂ ਬਿਲਕੁਲ ਉਲਟ ਹੋ ਚੁੱਕੀ ਹੈ। ਅੱਜ ਕੈਪਟਨ ਸਾਹਿਬ ਦੀ ਪੋਜੀਸ਼ਨ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਕਹੀਏ ਕਿ ਪਿਛਲੇ ਲੰਮੇ ਸਮੇਂ ਤੋਂ ਸਭ ਤੋਂ ਕਮਜ਼ੋਰ ਪੋਜੀਸ਼ਨ ਹੈ ਇਸ ਵੇਲੇ ਉਹਨਾਂ ਦੀ। ਨਾ ਤਾਂ ਉੱਪਰ ਸੁਣਵਾਈ ਹੋ ਰਹੀ ਹੈ। ਗੱਲ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਵਾਕਈ ਮਹਿਲਾ IAS ਅਧਿਕਾਰੀ ਦੀ ਜਿਹੜੀ ਸ਼ਿਕਾਇਤ ਸੱਚੀ ਹੈ, ਵਾਕਈ ਜੇਕਰ ਮੰਤਰੀ ਦੀ ਕੋਈ ਗਲਤੀ ਹੈ ਤਾਂ ਫਿਰ ਹੁਣ ਦੋਸ਼ੀ ਪਾਇਆ ਜਾਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀ, ਤਾਂ ਫਿਰ ਗੱਲ ਇਹ ਹੈ ਕਿ ਇੰਨੀ ਦੇਰ ਮਾਮਲਾ ਲਟਕਾਉਣ ਦੇ ਲਈ ਕਿਤੇ ਨਾ ਕਿਤੇ ਮੁੱਖ ਮੰਤਰੀ ਵੀ ਜ਼ਿੰਮੇਵਾਰ ਹੈ। ਮੁੱਖ ਮੰਤਰੀ ਦੀ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਕਿ ਭਾਈ ਇੰਨਾ ਲੰਬਾ ਸਮਾਂ ਇੱਕ ਮਹਿਲਾ IAS ਅਧਿਕਾਰੀ ਨੂੰ ਜੇ ਇਨਸਾਫ ਨਹੀਂ ਮਿਲਦਾ ਤਾਂ ਆਮ ਲੋਕ ਤੁਹਾਡੇ ਤੋਂ ਇਨਸਾਫ ਦੀ ਜਿਹੜੀ ਉਮੀਦ ਕਿੱਥੋਂ ਰੱਖ ਸਕਦੇ ਆ? ਇਹ ਵੀ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਦੇ ਉੱਪਰ ਵੀ ਸਵਾਲ ਉੱਠਦੇ ਆ ਕਿ ਜੇਕਰ ਭਾਈ ਤੁਹਾਡੀ ਕਿਸੇ ਮੰਤਰੀ ਦੇ ਨਾਲ ਠੀਕ ਹੈ ਤਾਂ ਤੁਸੀਂ ਉਹਨੂੰ ਬਚਾਈ ਜਾਓਗੇ, ਜੇਕਰ ਤੁਹਾਡੀ ਉਹਦੇ ਨਾਲ ਵਿਗੜਦੀ ਹੈ ਤਾਂ ਵਿਗਾੜ ਦਿਓਗੇ, ਉਹਦੀ ਵੀ ਜਿਹੜਾ ਸਾਰਾ ਸਿਸਟਮ ਖਰਾਬ ਕਰ ਦਿਓਗੇ। ਗੱਲ ਇਹ ਹੈ ਕਿ ਇਨਸਾਫ ਦਿੱਤਾ ਕਿਉਂ ਨਹੀਂ ਗਿਆ ਪਹਿਲਾਂ? ਜੇਕਰ ਮੰਤਰੀ ਅੱਜ ਵੀ ਦੋਸ਼ੀ ਪਾਏ ਜਾਂਦੇ ਨੇ ਤਾਂ ਮਾਮਲਾ ਲਟਕਾਇਆ ਕਿਉਂ ਕੈਪਟਨ ਅਮਰਿੰਦਰ ਸਿੰਘ? ਬਿਲਕੁਲ ਇਹੀ ਗੱਲ ਸੁਖਵਿੰਦਰ ਜੀ ਮੈਂ ਕਹਿ ਰਿਹਾ ਕਿ ਉਸ ਵੇਲੇ ਇਸ ਨੂੰ ਜਿਹੜਾ ਹੈਗਾ ਸੀ ਲਟਕਾਉਣ ਦੀ ਬਜਾਏ ਇਹਨੂੰ ਸੁਲਝਾਉਣਾ ਚਾਹੀਦਾ ਸੀਗਾ। ਇਹਦਾ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਸ ਵੇਲੇ ਇਸ ਮਸਲੇ ਦਾ ਹੋਣਾ ਚਾਹੀਦਾ ਸੀਗਾ। ਇਸੇ ਤਰ੍ਹਾਂ ਜਿਹੜੀਆਂ ਨਵਜੋਤ ਸਿੰਘ ਸਿੱਧੂ ਹੋਰਾਂ ਦੀਆਂ ਪੁਰਾਣੀਆਂ ਤੁਸੀਂ ਫਾਈਲਾਂ ਖੋਲ ਲਈਆਂ, ਉਹਨਾਂ ਦੇ ਜਿਹੜੇ PA ਸਾਹਿਬਾਨ ਦੀਆਂ ਤੁਸੀਂ ਪੁਰਾਣੀਆਂ ਫਾਈਲਾਂ ਖੋਲ ਕੇ ਅੱਜ ਤੁਹਾਨੂੰ ਯਾਦ ਆ ਗਈਆਂ ਇੱਕਦਮ ਹੀ ਕਿ ਦੇਖੋ ਜੀ ਨਵਜੋਤ ਸਿੰਘ ਸਿੱਧੂ ਤੇ ਸਾਥੀਆਂ ਨੇ ਤਾਂ ਘਪਲੇ ਕੀਤੇ ਸੀਗੇ। ਉਹ ਪਹਿਲਾਂ 2 ਸਾਲ ਕਿੱਥੇ ਸੀਗੇ?
ਸੋ ਇਸ ਮਤਲਬ ਤਾਂ ਮੈਂ ਜਿਹੜਾ ਪੁਆਇੰਟ ਉਠਾਉਣਾ ਚਾਹੁੰਦਾ ਕਿ ਜਦੋਂ ਤੁਸੀਂ ਕਿਸੇ ਵੀ ਮਾਮਲੇ 'ਚ ਆਪਣੀ ਪੋਲੀਟੀਕਲ ਫਾਇਦੇ ਜਾਂ ਨੁਕਸਾਨ ਦੇਖ ਕੇ ਸਾਰਾ ਕਾਰਵਾਈ ਕਰਦੇ ਹੋ ਤਾਂ ਲੋਕਾਂ ਦਾ ਵਿਸ਼ਵਾਸ ਨਿਆਂ ਪ੍ਰਣਾਲੀ ਤੋਂ ਉੱਠ ਜਾਂਦਾ। ਉਹਦੇ ਵਿੱਚ ਪਹਿਲਾਂ ਵੀ ਉੱਠਿਆ, ਔਰ ਜਿਵੇਂ ਆਪਾਂ ਨੂੰ ਪਤਾ ਹੈ ਕਿ ਚਾਹੇ ਉਹ ਬਰਗਾੜੀ ਕਾਂਡ ਹੋਵੇ, ਚਾਹੇ ਕੋਟਕਪੂਰਾ ਗੋਲੀ ਕਾਂਡ ਹੋਵੇ, ਚਾਹੇ ਚੰਨੀ ਸਾਹਿਬ ਦਾ ਮਸਲਾ ਹੋਵੇ, ਜਾਂ ਨਵਜੋਤ ਸਿੰਘ ਸਿੱਧੂ ਦੀਆਂ ਹੁਣ ਫਾਈਲਾਂ ਕੱਢ ਲੈਣੀਆਂ, ਇਹ ਇੱਕ ਮੈਨੂੰ ਲੱਗਦਾ ਹੈ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇਹਦੇ ਵਿੱਚ ਫੇਲੀਅਰ ਜਿਹੜੀ ਹੈਗੀ ਹੈ, ਜੇ ਆਪਾਂ ਅਸਫਲਤਾ ਜਿਹੜੀ ਕਹਿ ਸਕਦੇ ਹਾਂ, ਉਹ ਕੈਪਟਨ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਦੀ ਹੈ। ਜਿਸ ਕਿਸਮ ਦੀ ਕਾਰਗੁਜ਼ਾਰੀ ਉਹ ਪਿਛਲੇ ਉਹਨਾਂ ਨੇ ਆਪਣੀ ਪਾਰੀ ਦੇ ਵਿੱਚ ਖੇਡੀ ਸੀਗੀ 2002 ਔਰ 7 ਵਾਲੀ, ਉਹ ਪਾਰੀ ਉਹਨਾਂ ਦੀ ਇਸ ਵਾਰੀ ਨਜ਼ਰ ਨਹੀਂ ਆਈ। ਇਸ ਵਾਰੀ ਉਹਨਾਂ ਨੇ ਫੈਸਲੇ ਜਿਹੜੇ ਨੇ ਉਹ ਲਟਕਾਏ ਨੇ। ਕੋਈ ਵੀ ਫੈਸਲਾ, ਚਾਹੇ ਉਹ ਚੰਨੀ ਜੀ ਦਾ, ਚਾਹੇ ਹੋਰ ਕੋਈ ਨੇ, ਉਹ ਜਿੰਨੀ ਦੇਰ ਜਦੋਂ ਤੁਸੀਂ ਜਿਹੜੇ ਫੈਸਲੇ ਲਟਕਾਓਗੇ ਉਦੋਂ ਤੁਹਾਡੀ ਜਿਹੜੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾਣਗੇ। ਸੋ ਅੱਜ ਵੀ ਵੱਖ-ਵੱਖ ਜਿਹੜੇ ਨੇ ਲੋਕ ਉਹ ਸਵਾਲ ਉਠਾ ਰਹੇ ਨੇ ਕੈਪਟਨ ਸਾਹਿਬ ਦੀ ਕਾਰਗੁਜ਼ਾਰੀ ਦੇ ਉੱਤੇ। ਇਸੇ ਤਰ੍ਹਾਂ ਜਿੰਨਾ ਉਹ ਹੁਣ ਮੰਨ ਲਓ ਕੱਲ ਨੂੰ ਸੁੱਖੀ ਰੰਧਾਵਾ ਜੀ ਨੇ ਉਹ ਆਵਾਜ਼ ਉਠਾ ਰਹੇ ਨੇ ਤਾਂ ਕੱਲ ਨੂੰ ਉਹਨਾਂ ਦੀ ਵੀ ਕੋਈ ਫਾਈਲਾਂ ਖੋਲ ਲੈਣਗੇ। ਇਸ ਤਰ੍ਹਾਂ ਪ੍ਰਤਾਪ ਬਾਜਵਾ ਦੀਆਂ, ਦੁੱਲੋ ਜੀ ਦੀਆਂ ਤੁਸੀਂ ਪੁਰਾਣੀਆਂ ਫਾਈਲਾਂ ਲਿਆ ਕੇ ਕਿਹਨੂੰ ਤੁਸੀਂ ਟੰਗੋਗੇ, ਕਿਹਦੇ ਖਿਲਾਫ? ਕਿਤੇ ਨਾ ਕਿਤੇ ਜਿਹੜੇ ਪੁਰਾਣੀਆਂ ਮਾਮਲੇ ਕੱਢ ਕੇ ਸਾਹਮਣੇ ਲਿਆ ਰਿਹਾ ਕੈਪਟਨ ਅਮਰਿੰਦਰ ਸਿੰਘ, ਲਿਆਉਣੇ ਵੀ ਚਾਹੀਦੇ ਆ। ਜੇ ਕੋਈ ਗਲਤ ਹੈ ਉਹਨਾਂ ਨੂੰ ਸਜ਼ਾ ਵੀ ਦੇਣੀ ਚਾਹੀਦੀ ਹੈ। ਪਰ ਜਿਸ ਤਰੀਕੇ ਨਾਲ ਪੁਰਾਣੇ ਮਾਮਲੇ ਕੱਢ ਕੇ ਲੈ ਕੇ ਆ ਰਿਹਾ, ਉਹ ਤੋਂ ਸਾਫ਼ ਜ਼ਾਹਿਰ ਹੈ ਕਿ ਇਹ ਮਾਮਲੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੀ ਲਟਕਾਏ ਹੋ ਸਕਦੇ ਆ ਜਾਂ ਲਟਕਾਏ ਹੈਗੇ ਨੇ। ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੀਆਂ ਚਾਲਾਂ ਆਪਣੇ ਮੰਤਰੀਆਂ ਨੂੰ ਫਸਾਉਣ ਲਈ ਚੱਲ ਰਹੇ ਨੇ, ਉਹੀ ਚਾਲਾਂ ਦੇ ਵਿੱਚ ਕਿਤੇ ਨਾ ਕਿਤੇ ਖੁਦ ਵੀ ਘਿਰਦੇ ਹੋਏ ਦਿਖਾਈ ਦੇ ਰਹੇ ਨੇ? ਕਿਉਂਕਿ ਸਵਾਲ ਤਾਂ ਉੱਠਦੇ ਹੀ ਨੇ। ਬਿਲਕੁਲ ਤੁਸੀਂ ਦੇਖੋਗੇ ਜ਼ਰੂਰ ਕਰਨਗੇ। ਤੁਸੀਂ ਦੇਖੋਗੇ ਕਿ ਉਹਨਾਂ ਦੀ, ਮੈਂ ਹੀ ਜਿਹੜੀ ਗੱਲ ਕਰ ਰਿਹਾ ਕਿ ਪੋਜੀਸ਼ਨ ਜਿਹੜੀ ਹੈਗੀ ਆ ਹੌਲੀ ਬਹੁਤ ਖਸਤਾ ਪੋਜੀਸ਼ਨ ਹੋ ਰਹੀ ਹੈ। ਇੱਕ ਪਾਸੇ ਜਿਹੜੀ ਉਹਨਾਂ ਦੀ ਸੈਂਟਰ ਕਮੇਟੀ ਹੈ ਔਰ ਜਿਹਨੂੰ ਹਾਈ ਕਮਾਂਡ ਕਹਿੰਦੇ ਨੇ, ਇੱਕ ਪਾਸੇ ਉੱਥੇ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੈ। ਸਾਰੇ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਜਿਹੜੇ ਪੂਰਾ ਮੰਤਰੀ ਮੰਡਲ ਹੈ ਉਹਨਾਂ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ। ਉਹਦੇ ਵਿੱਚ ਅਲੱਗ-ਅਲੱਗ ਭਾਂਡੇ ਨੇ, ਉਹ ਖੜਕ ਰਹੇ ਨੇ ਲਗਾਤਾਰ। ਸੋ ਇਸ ਕਰਕੇ ਤੁਸੀਂ ਦੇਖੋਗੇ ਨਾ ਉਹਨਾਂ ਦੀ ਪੰਜਾਬ ਦੀ ਕੈਬਨਿਟ ਦੇ ਵਿੱਚ ਕੋਈ ਸੁਣਵਾਈ ਹੋ ਰਹੀ ਹੈ। ਹਾਂ, ਉਹਨਾਂ ਦੀ ਇੱਕ ਛੋਟੀ ਮੋਟੀ ਜੀ ਕੋਟਰੀ ਹੈ ਜਿਹੜੀ ਹੈਗੀ ਆ, ਉਹ ਜ਼ਰੂਰ ਉਹਨਾਂ ਦਾ ਸਾਥ ਦੇ ਰਹੀ ਹੈ। ਪਰ ਬਾਕੀ ਜਿਹੜੇ ਲੋਕ ਨੇ ਇਸ ਵੇਲੇ, ਚਾਹੇ ਪੰਜਾਬ ਦੇ ਆਮ ਲੋਕ ਨੇ, ਚਾਹੇ ਕੈਪਟਨ ਸਾਹਿਬ ਦੇ ਨਾਲ ਜਿਹੜੇ ਵਜ਼ੀਰ ਨੇ ਉਹ ਨੇ, ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਗਰੁੱਪ ਪੈਦਾ ਹੋ ਚੁੱਕੇ ਨੇ। ਇਸੇ ਤਰ੍ਹਾਂ MLA ਸਾਹਿਬਾਨ ਨੇ, ਉਹਨਾਂ ਦੇ ਬਹੁਤ ਸਾਰੇ ਗਰੁੱਪ ਨੇ। ਸੋ ਜਦੋਂ ਤੁਸੀਂ ਇਹ ਵੱਖ-ਵੱਖ ਗਰੁੱਪਾਂ ਦੇ ਵਿੱਚ ਘਿਰ ਜਾਓ ਤਾਂ ਤੁਹਾਡੀ ਜਿਹੜੀ ਫੈਸਲਾ ਲੈਣ ਦੀ ਜਿਹੜੀ ਤਾਕਤ ਹੈ ਉਹ ਉਸ ਕਿਸਮ ਦੀ ਨਹੀਂ ਰਹਿੰਦੀ ਜਿਹੜੀ ਕਿਸੇ ਵੇਲੇ ਪਹਿਲਾਂ 2002 ਔਰ 7 ਵਾਲੀ ਪਾਰੀ ਦੇ ਵਿੱਚ ਉਹਨਾਂ ਨੇ ਕੀਤੀ ਸੀਗੀ। ਉਦੋਂ ਉਹ ਜ਼ਰੂਰ ਵੱਡੇ ਫੈਸਲੇ ਉਹਨਾਂ ਨੇ ਲਏ ਨੇ ਔਰ ਉਹਨਾਂ ਨੇ ਵੱਡੀਆਂ ਜਿਹੜੀਆਂ ਨੇ ਨਤੀਜੇ ਵੀ ਕੱਢੇ ਨੇ। ਪਰ ਉਸੇ ਆਧਾਰ ਦੇ ਉੱਤੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ। ਔਰ ਪਰ ਇਸ ਪਾਰੀ ਦੇ ਵਿੱਚ ਉਹ ਜਿਹੜੀ ਗੱਲਬਾਤ ਸੀਗੀ, ਪੁਰਾਣੀ ਗੱਲਬਾਤ ਸੀਗੀ ਕੈਪਟਨ ਸਾਹਿਬ ਦੀ, ਉਹ ਇੱਥੇ ਨਜ਼ਰ ਨਹੀਂ ਆ ਰਹੀ। ਸੋ ਇਸ ਕਰਕੇ ਹੁਣ ਹੌਲੀ ਕੀ ਹੋ ਰਿਹਾ, ਕੈਪਟਨ ਸਾਹਿਬ ਆਪਣੇ ਫੈਸਲਿਆਂ ਦੇ ਵਿੱਚ ਆਪ ਹੀ ਘਿਰਦੇ ਨਜ਼ਰ ਆ ਰਹੇ ਨੇ। ਆਪ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਇਹ ਸਾਰੀਆਂ ਪੋਲੀਟੀਕਲ ਕੂਟਨੀਤੀਆਂ ਨੇ ਔਰ ਪੋਲੀਟੀਕਲ ਜਿੰਨੀਆਂ ਕੂਟਨੀਤੀਆਂ ਉਹ ਕਰਨਗੇ ਉਨੀ ਆਪਣੇ ਘੇਰੇ ਦੇ ਵਿੱਚ ਆਪ ਘਿਰਦੇ ਨਜ਼ਰ ਆਉਣਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਲਈ ਕਾਫੀ ਜਿਹੜਾ ਹੈਗਾ ਨਾਜ਼ੁਕ ਸਮਾਂ ਹੋਏਗਾ। ਜੇਕਰ ਉਹ ਸਹੀ ਫੈਸਲੇ ਸਹੀ ਸਮੇਂ ਤੇ ਨਹੀਂ ਕਰਨਗੇ ਤਾਂ ਇਦਾਂ ਹੀ ਜਿਹੜਾ ਹੈਗਾ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਏਗਾ। ਸੋ ਲੋਕ ਉਹਨਾਂ ਤੋਂ ਸਵਾਲ ਪੁੱਛਣਗੇ, ਵਜ਼ੀਰ ਉਹਨਾਂ ਤੋਂ ਸਵਾਲ ਪੁੱਛਣਗੇ, ਵਿਰੋਧੀ ਪਾਰਟੀਆਂ ਵਾਲੇ ਉਹਨਾਂ ਤੋਂ ਆਪਣੇ ਜਿਹੜੇ ਨੇ ਸਵਾਲ ਪੁੱਛਣਗੇ। ਸੋ ਇਸ ਕਰਕੇ ਹੌਲੀ ਉਹਨਾਂ ਦਾ ਜਿਹੜਾ ਕੱਦ ਹੈ, ਪੋਲੀਟੀਕਲ ਕੱਦ ਹੈ, ਉਹ ਡਾਊਨ ਜਾ ਰਿਹਾ ਹੈ। ਜਿਵੇਂ ਉਹਨਾਂ ਨੇ ਆਪ ਹੀ ਕਿਹਾ ਸੀਗਾ ਪਿਛਲੇ 17 ਦੇ ਵਿੱਚ ਕਿ ਮੇਰੀ ਇਹ ਆਖਰੀ ਪਾਰੀ ਹੈ, ਕਿ ਹੋ ਸਕਦਾ ਕਿ ਉਹਨਾਂ ਦੇ ਜਿਹੜੇ ਉਹ ਕਹੇ ਸ਼ਬਦ ਨੇ ਉਹ ਪੂਰੇ ਹੋ ਜਾਣ, ਇਹ ਉਹਨਾਂ ਦੀ ਆਖਰੀ ਪਾਰੀ ਹੀ ਹੋਵੇ। ਸੋ ਇਹ ਇੱਥੋਂ ਸੰਭਾਵਨਾਵਾਂ ਲੱਗ ਰਹੀਆਂ ਨੇ। ਜੀ ਸੁਖਵਿੰਦਰ ਜੀ। ਬਿਲਕੁਲ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਸ਼ੁਕਰੀਆ। ਆਏ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਪੂਰੀਆਂ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਹੋਰਾਂ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।